जी आए ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਨੰਬਰ 3 ਅੰਕੜਿਆਂ ਦਾ ਪ੍ਰਬੰਧਨ ਉਸ ਪਾਠ ਦਾ ਅਭਿਆਸ ਆਖਰੀ ਅਭਿਆਸ 3.4 ਤੇ ਉਹਦੇ 8 ਦੇ 8 ਸਵਾਲ ਛੋਟੇ ਨੇ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਸਾਰੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ। ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਅਤੇ ਸੁਣੋ ਅਤੇ ਮਗਰੋਂ ਦੀ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਤੇ ਆਪਣੇ ਆਨਸਰਸ ਦਾ ਮਿਲਾਨ ਕਰੋ। ਸੋ ਸ਼ੁਰੂ ਕਰੀਏ। ਦੱਸੋ ਕਿ ਹੇਠਾਂ ਲਿਖਿਆਂ ਵਿੱਚੋਂ ਕਿਸ ਦਾ ਹੋਣਾ ਨਿਸ਼ਚਿਤ ਹੈ, ਅਰਥਾਤ 100% 16 ਅੰਨੇ ਉਹ ਹੋਏਗਾ ਹੀ ਹੋਏਗਾ, ਹੋਣਾ ਨਿਸ਼ਚਿਤ ਹੈ। ਕਿਸ ਦਾ ਹੋਣਾ ਅਸੰਭਵ ਹੈ, ਅਰਥਾਤ ਉਹ ਗੱਲ ਹੋ ਹੀ ਨਹੀਂ ਸਕਦੀ, ਅਸੰਭਵ ਹੈ। ਉਹਦੇ ਹੋਣ ਦੀ ਸੰਭਾਵਨਾ 0 ਹੈਗੀ ਏ, 0% ਹੈਗੀ ਏ। ਅਤੇ ਕਿਸ ਦਾ ਹੋਣਾ ਨਿਸ਼ਚਿਤ ਨਹੀਂ ਪਰ ਹੋਣ ਦੀ ਸੰਭਾਵਨਾ ਹੈ, ਅਰਥਾਤ ਉਹ ਹੋ ਵੀ ਸਕਦੀ ਏ ਤੇ ਨਹੀਂ ਵੀ ਹੋ ਸਕਦੀ। ਸੋ ਤਿੰਨ ਸੰਭਾਵਨਾ ਹੁੰਦੀਆਂ। ਕੋਈ ਘਟਨਾ ਵਾਪਰ ਸਕਦੀ ਹੈ ਜਾਂ ਨਹੀਂ ਵਾਪਰ ਸਕਦੀ, ਠੀਕ ਹੈ। ਦੂਜੀ ਗੱਲ ਬਿਲਕੁਲ ਵੀ ਨਹੀਂ ਵਾਪਰ ਸਕਦੀ, ਕਿਸੇ ਹਾਲਤ ਵਿੱਚ ਨਹੀਂ ਵਾਪਰ ਸਕਦੀ। ਤੇ ਤੀਜੀ ਗੱਲ ਹੈ ਲਾਜ਼ਮੀ ਤੌਰ ਤੇ ਵਾਪਰੇਗੀ, ਮਤਲਬ ਕਿ ਇਹ ਹੋਣਾ ਹੀ ਹੋਣਾ ਹੈ। ਸੋ ਤਿੰਨ ਚੀਜ਼ਾਂ ਨੇ। ਸੋ ਦੇਖੀਏ, ਮਾਰੂਤੀ ਕਾਰ ਵਿੱਚ 200 ਲੋਕ ਬੈਠਦੇ ਹਨ ਤੇ ਬੱਚਿਓ ਇਹ ਤੇ ਗੱਲ ਅਸੰਭਵ ਹੈ, ਮੁਮਕਿਨ ਹੀ ਨਹੀਂ ਹੈ, ਠੀਕ ਹੈ ਨਾ। ਤੁਸੀਂ ਕੱਲ ਨਾਲੋਂ ਵੱਡੇ ਹੋ, ਤੁਸੀਂ ਨਹੀਂ, ਹਰ ਕੋਈ, ਮੈਂ, ਤੁਸੀਂ, ਹਰ ਪ੍ਰਾਣੀ ਲੰਘੇ ਕੱਲ ਨਾਲੋਂ ਵੱਡਾ ਹੁੰਦਾ ਹੈ। ਜਦੋਂ ਸਮਾਂ ਬੀਤ ਜਾਂਦਾ ਹੈ ਤੇ ਆਉਣ ਵਾਲੇ ਸਮੇਂ 'ਚ ਬੰਦੇ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ। ਸੋ ਤੁਸੀਂ ਕੱਲ ਨਾਲੋਂ ਵੱਡੇ ਹੋ, ਹਾਂਜੀ, ਇਹ ਹੋਣਾ ਲਾਜ਼ਮੀ ਹੈ, ਇਹ ਨਿਸ਼ਚਿਤ ਹੈ। ਫਿਰ ਇੱਕ ਸਿੱਕੇ ਨੂੰ ਉਛਾਲਣ ਤੇ ਚਿੱਤ ਆਵੇਗਾ। ਹੁਣ ਹੋ ਸਕਦਾ ਹੈ ਪਰ ਲਾਜ਼ਮੀ ਨਹੀਂ। ਕਿਉਂ ਲਾਜ਼ਮੀ ਨਹੀਂ? ਕਿਉਂ ਜਿਹੜੇ ਅਸੀਂ ਉਛਾਲਾਂਗੇ ਚਿੱਤ ਦੀ ਥਾਂ ਪੱਟ ਵੀ ਆ ਸਕਦਾ ਹੈ ਤੇ ਚਿੱਤ ਵੀ ਆ ਸਕਦਾ ਹੈ। ਹੋ ਸਕਦਾ ਹੈ ਚਿੱਤ ਆਏ ਪਰ ਲਾਜ਼ਮੀ ਨਹੀਂ, ਕਿਉਂਕਿ ਪੱਟ ਵੀ ਆ ਸਕਦਾ ਹੈ। ਫਿਰ ਇੱਕ ਪਾਸੇ ਨੂੰ ਸੁੱਟਣ ਤੇ 8 ਆਵੇਗਾ। ਇਹ ਤੇ ਅਸੰਭਵ ਹੈ, ਕਿਉਂਕਿ ਬੱਚਿਓ ਅਸੀਂ ਜਾਣਦੇ ਹਾਂ ਇੱਕ ਜਿਹੜਾ ਪਾਸਾ ਹੈ ਉਹਦੇ 6 ਪਾਸੇ ਹੁੰਦੇ ਹਨ। ਪਾਸਾ ਜਿਹੜਾ ਡੱਬੇ ਦੀ ਸ਼ੇਪ ਵਿੱਚ ਹੁੰਦਾ, ਮਣਕਾ ਜਿਹੜਾ ਹੁੰਦਾ, ਇੱਕ ਪਾਸੇ ਤੇ 1 ਲਿਖਿਆ ਹੁੰਦਾ, ਇੱਕ ਬਿੰਦੂ ਹੁੰਦੀ ਹੈ, ਦੂਜੇ ਪਾਸੇ ਤੇ 2, ਤੀਜੇ ਤੇ 3, ਚੌਥੇ ਤੇ 4, ਪੰਜਵੇਂ ਤੇ 5 ਤੇ ਛੇਵੇਂ ਤੇ 6। 6 ਤੋਂ ਉੱਪਰ ਤੇ ਗਿਣਤੀ ਹੁੰਦੀ ਨਹੀਂ ਹੈਗੀ। ਸੋ 8 ਤੇ ਮੁਮਕਿਨ ਹੀ ਨਹੀਂ, ਸੋ ਅਸੰਭਵ ਹੈ। ਪਾਸਾ ਜਿੰਨੀ ਵਾਰ ਮਰਜ਼ੀ ਸਿੱਟ ਲਓ, 1 ਤੋਂ ਲੈ ਕੇ 6 ਅੰਕ ਆਉਣਗੇ, 7, 8 ਇਸ ਤੋਂ ਉੱਪਰ ਆ ਹੀ ਨਹੀਂ ਆ ਸਕਦਾ। ਸੋ 8 ਦਾ ਆਣਾ ਅਸੰਭਵ ਹੈ। ਕੱਲ ਬੱਦਲਵਾਈ ਹੋਵੇਗੀ, ਹੋ ਸਕਦਾ ਹੈ ਪਰ ਲਾਜ਼ਮੀ ਨਹੀਂ, ਕਿਉਂਕਿ ਹੋ ਸਕਦਾ ਬੱਦਲਵਾਈ ਨਾ ਵੀ ਹੋਵੇ, ਠੀਕ ਹੈ। ਸੋ ਇਹ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ। ਭਾਰਤ ਅਗਲੀ ਟੈਸਟ ਲੜੀ ਜਿੱਤੇਗਾ, ਹੋ ਸਕਦਾ ਹੈ ਪਰ ਹੋ ਸਕਦਾ ਹਾਰ ਵੀ ਜਾਵੇ, ਸੋ ਲਾਜ਼ਮੀ ਵੀ ਨਹੀਂ ਹੈਗਾ, ਠੀਕ ਹੈ। ਅਗਲੀ ਟ੍ਰੈਫਿਕ ਲਾਈਟ ਹਰੀ ਦਿਖੇਗੀ, ਹੋ ਸਕਦਾ ਹੈ ਹਰੀ ਦਿਖੇ ਪਰ ਹੋ ਸਕਦਾ ਲਾਲ ਦਿਖੇ, ਹੋ ਸਕਦਾ ਸੰਤਰੀ ਦਿਖੇ, ਹੋ ਸਕਦਾ ਕੋਈ ਵੀ ਨਾ ਦਿਖੇ, ਲਾਈਟਾਂ ਖਰਾਬ ਹੀ ਹੋਣ। ਸੋ ਇਹਦਾ ਮਤਲਬ ਹੈ ਵੇ ਕਿ ਇਹ ਹੋ ਤੇ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਉਹੀ ਹੋਏਗਾ, ਠੀਕ ਹੈ ਬੱਚਿਓ। ਸੋ ਇਹ ਇੱਕ ਮੁੱਢਲੀ ਤੁਹਾਨੂੰ ਜਾਣਕਾਰੀ ਇਹਨਾਂ ਸਵਾਲਾਂ ਰਾਹੀਂ ਮਿਲ ਗਈ ਕਿ ਸੰਭਾਵਨਾ ਦਾ ਕੀ ਮਤਲਬ ਹੁੰਦਾ ਹੈ। ਕਿਸੇ ਸੰਭਾਵਨਾ ਜਿਹੜੀ ਹੋਣੀ ਹੀ ਹੋਣੀ ਹੈ ਉਹਦੀ ਸੰਭਾਵਨਾ ਹੁੰਦੀ ਹੈ 1, ਤੇ ਇੱਕ ਜਿਹੜੀ ਸੰਭਾਵਨਾ ਕਦੀ ਵੀ ਨਹੀਂ ਹੋ ਸਕਦੀ ਉਹਦੀ ਸੰਭਾਵਨਾ ਹੁੰਦੀ ਹੈ 0, ਤੇ ਜਿਹੜੀ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ ਹੈ ਉਹ ਹੁੰਦੀ ਹੈ ਬਟਾ ਵਿੱਚ, ਉਹ ਹੁੰਦੀ ਭਿੰਨ, ਜਿਹਨੂੰ ਅਸੀਂ ਕਹਿੰਦੇ ਹਾਂ ਉਚਿਤ ਭਿੰਨ, ਅਰਥਾਤ ਉਹ 0 ਤੋਂ ਵੱਡੀ ਹੋਏਗੀ ਤੇ 1 ਤੋਂ ਘੱਟ ਹੋਏਗੀ। 2/3 ਹੋ ਸਕਦੀ ਹੈ, 1/7 ਹੋ ਸਕਦੀ ਹੈ, 2/7 ਹੋ ਸਕਦੀ ਹੈ, 3/5 ਹੋ ਸਕਦੀ ਹੈ, ਕੁਛ ਨਾ ਕੁਛ ਸੰਭਾਵਨਾ ਹੋ ਸਕਦੀ ਹੈ। ਅਸੀਂ ਅਗਲੇ ਸਵਾਲਾਂ ਵਿੱਚ ਦੇਖਾਂਗੇ, ਠੀਕ ਹੈ। ਇਹ ਦੇਖੋ, ਹੁਣ ਜਿੱਦਾਂ 2 ਭਾਗ ਨੇ ਤੇ ਮੈਂ ਦੋਨਾਂ ਨੂੰ ਇੱਦਾਂ ਰਿਪੀਟ ਕਰ ਦਿੱਤਾ ਹੈ ਤਾਂ ਕਿ ਤੁਹਾਨੂੰ ਸਮਝ ਆ ਜਾਏਗਾ, ਠੀਕ ਹੈ। ਇੱਕ ਡੱਬੇ ਵਿੱਚ 6 ਬਾਂਟੇ ਹਨ, ਡੱਬਾ ਹੈ, 6 ਬਾਂਟੇ ਨੇ, ਠੀਕ ਹੈ, ਤੇ ਜਿਨ੍ਹਾਂ ਤੇ 1 ਤੋਂ 6 ਸੰਖਿਆਵਾਂ ਅੰਕਿਤ ਹਨ। ਇੱਕ ਬਾਂਟੇ ਤੇ 1 ਲਿਖਿਆ ਹੈ, ਦੂਜੇ ਤੇ 2 ਲਿਖਿਆ ਹੈ, ਤੀਜੇ ਤੇ 3 ਲਿਖਿਆ ਹੈ, ਇੱਕ ਤੇ 4, ਇੱਕ ਤੇ 5, ਇੱਕ ਤੇ 6 ਅੰਕ ਲਿਖੇ ਹੋਏ ਨੇ। ਹੁਣ ਉਹ ਕਹਿੰਦੇ ਨੇ ਕਿ ਸੰਖਿਆ 5 ਵਾਲੇ ਬਾਂਟੇ ਨੂੰ ਕੱਢਣ ਦੀ ਸੰਭਾਵਨਾ ਕੀ ਹੈ, ਅਰਥਾਤ ਡੱਬਾ ਬੰਦ ਹੈ, ਹੱਥ ਪਾਇਆ, ਦੂਜੇ ਪਾਸੇ ਦੇਖ ਕੇ ਜਾਂ ਅੱਖਾਂ ਬੰਦ ਕਰਕੇ ਡੱਬੇ ਚੋਂ ਇੱਕ ਬਾਂਟਾ ਕੱਢਿਆ, ਤੇ ਕਹਿੰਦੇ ਕੀ ਸੰਭਾਵਨਾ ਹੈ ਕਿ ਜਿਹੜਾ ਬਾਂਟਾ ਤੁਸੀਂ ਕੱਢੋਗੇ ਉੱਤੇ 5 ਲਿਖਿਆ ਹੋਏਗਾ। ਸੋ ਦੇਖੀਏ ਕਿੱਦਾਂ ਕਰਨਾ ਹੈ। ਇਦਾਂ ਹੱਲ ਹੋਏਗਾ, ਪਹਿਲਾਂ ਲਿਖਣਾ ਕਿਸੇ ਵੀ ਘਟਨਾ ਈ, ਇਹ ਘਟਨਾ ਹੈ ਨਾ, ਘਟਨਾ ਕੀ ਹੈ, ਬਾਂਟੇ ਨੂੰ ਬਾਹਰ ਕੱਢਣਾ, ਇਹ ਇੱਕ ਘਟਨਾ ਹੈ, ਠੀਕ ਹੈ। ਸੋ ਕਿਸੇ ਵੀ ਘਟਨਾ ਨੂੰ ਅਸੀਂ ਈ ਕਹਿ ਦਿੰਦੇ ਹਾਂ, ਈਵੈਂਟ, ਠੀਕ ਹੈ। ਦੀ ਸੰਭਾਵਨਾ ਹੁੰਦੀ ਹੈ P ਬ੍ਰੈਕਟ ਦਾ ਪਾ ਕੇ E, P ਹੁੰਦਾ ਪ੍ਰੋਬੇਬਿਲਿਟੀ, ਸੰਭਾਵਨਾ। ਸੋ
प्रोबेबिलिटी ऑफ एन इवेंट अर्थात किसी भी घटना की संभावना हेठ लिखे सूत्र मुताबिक होंदी है। वो सूत्र बच्चों तुसीं याद रख लेना है। P ब्रैकेट भागे E अनुकूल नतीजियां की गिणती, अनुकूल तुहाडे हक विच भुगतण वाले नतीजे, ठीक है। उस घटना के हक विच भुगतण वाले नतीजियां नूं कहा जांदा है अनुकूल नतीजियां की गिणती, ठीक है। ते कुल संभव नतीजे कितने हो सकते हैं, कुल संभव नतीजे। हुण पहला भाग किदां करना बच्चों, कुल संभव नतीजे किन्ने ने, कुल बांटे, इस तो बाद नतीजे तो हो ही नहीं सकते, है ना। कुल बांटे किन्ने ने 6, सो कुल संभव नतीजे भी 6 ही हो सकते हैं। ते अनुकूल नतीजे संख्या 5 वाले बांटे, क्योंकि उन्होंने कहा है कि संख्या 5 वाला बांटा की संभावना की है। तो संख्या 5 वाले बांटे किन्ने ने बच्चों, एक है, क्योंकि एक तो लैके 6 बांटे ने, ते हर किसी ते एक एक अंक है, एक ते एक है, किसी ते 2 है, किसी ते 3, किसी ते 4, किसी ते 5, किसी ते 6। सो 5 वो बांटा जे ते 5 संख्या अंकित है, एक ही है। सो अनुकूल नतीजे 1। सो सूत्र के हिसाब नाल इस करके ਇਹਦਾ मतलब इस करके संख्या 5 वाले बांटे ਨੂੰ ਕੱਢਣ ਦੀ संभावना की होगी बच्चों 1/6। ठीक है, इदा ही सवाल करना है। ਹੁਣ दूजा भाग करते हैं, वो भी इदा ही है, सवाल उदा ही लिखा होया है। सो दूजा भाग करते हैं, किसी भी दे लिखे किसी भी घटना ई की संभावना PE हेठ लिखे सूत्र मुताबिक होंगी है अनुकूल नतीजों की गिनती बटा कुल संभव नतीजों की गिनती। इनू बच्चों तुसीं रट्टा ला लेना है, तो रट्टा ला के 8-10 वार रफ पेज से तुसी बिना देखे लिखना है, तो देखना कि तुसी ठीक सूत्र लिख पा रहे हो या नहीं, ठीक है। फिर कुल संभव नतीजे कुल बांटे 6, अनुकूल नतीजे संख्या 2 वाले बांटे किन्ने ने बच्चों, एक ही होएगा। देखो एक तो 6 बांटे ने, तो एक तो 6 तक संख्यावां ने, तो 2 अंक वाला भी 2 संख्या की अंकित वाला भी जो बांटा है एक ही है, सो 1। सो संख्या 2 वाले बांटे नूं कड्ढण की संभावना की हो जाएगी 1/6, 1/6 आ गया साडा आंसर। अगे चलिए, दो टीमां ने, दो टीमां ए ते बी ਹਨ। ਇਹ फैसला ਕਰਨ ਲਈ कि ਕਿਹੜੀ टीम खेड शुरू करेगी, पहले बल्लेबाजी कौन करेगी, ठीक है। सिक्का उछालिया जाता है, सिक्के के किन्ने पासे होंगे, 2 पासे होंगे ने, एक चित एक पट, ठीक है। की संभावना है कि टीम ए शुरुआत करेगी। सो इदा ही पहले लिखना बच्चों, किसी भी घटना ई की संभावना PE हेठ लिखे सूत्र मुताबिक होंगी है अनुकूल नतीजों की गिनती बटा कुल संभव नतीजे। हुण कुल संभव नतीजे किन्ने ने बच्चों, 2। मैं नाल ब्रैकेट च लिखता, तुहानूं लिखण की लोड़ नहीं हैगी। 2 संभव नतीजे किदां ने, या सिक्का जिले उछालांगे या चित आएगा तो या पट आएगा, कोई तीजी संभावना है, कोई संभावना नहीं। सो कुल संभव नतीजे ने 2, ते अनुकूल नतीजा की है 1। वो टीम ये कहेगी ना भी मैं चित आएगी तो मैं खेडांगा, या कहेगी पट आएगी तो मैं खेडांगा, उन्होंने फैसला करना पेगा ना, उन्होंने चित बारे सहमति देनी पेगी या पट बारे सहमति देनी पेगी। सो अनुकूल नतीजा तो एक ही है, सो चित जां पट, इत्थे है चित अते पट, ते इत्थे चित जां पट। सो टीम ए दे खेड शुरू करने की संभावना की हो जाएगी 1/2, 1/2 अर्थात 50-50, 50%, 50% चांस है वो खेड शुरू करने की संभावना का, ठीक है बच्चों। देखो तुम देख ही रहे हो, संभावना पहले चाहिए 1/6 उचित भिन्न हैगी है। दूजे भाग जो दूजे सवाल का दूजा भाग वो भी आई 1/6, 5 अंका 5 संख्या वाला बांटा, 2 संख्या वाला बांटा, 1/6, 1/6 आई ना, 1/6 संभावना उचित भिन्न हैगी है। यह भी देखो 1/2, यह भी उचित भिन्न हैगी, ठीक है। सो बच्चों याद रखना, जिहड़ी संभावना है वो हमेशा उचित भिन्न विच हुंदी है। हुण तुसीं इत्थे मैं तां कह रहा क्योंकि तुसीं यह पाठ भिन्ना अते दशमलव दा पढ़ चुके हो, सो तुसीं इस गल नूं समझ सकते हो, ठीक है। अगे चलिए, हुण चौथा सवाल आ गया, एक खेल विच एक थैले विच एक झोले विच मतलब कि 3 लाल अते 7 हरियां गेंदां हन, ठीक है जी। 3 लाल ने 7 हरियां ने, बिना देखे थैले चों एक गेंद कड्ढी जाती है, झोले चों एक गेंद कड्ढी गई। संभावना पता करो कि रखी कि कड्ढी गई गेंद पहला भाग लाल होवे, भाग दूजा हरी होवे। बिल्कुल उदा ही करना बच्चा। देखो ऐ पहले इदा लिख लेना, किसी भी घटना ई की संभावना PE हेठ लिखे सूत्र मुताबिक होंगी है PE बराबर अनुकूल नतीजों की गिनती कुल संभव नतीजों की गिनती। हुण कुल संभव नतीजे किन्ने ने बच्चों, कुल गेंदां, जिहदा पहले कुल बांटे सीगे। कुल संभव नतीजे किन्ने होए, कुल गेंदां बराबर 10। अनुकूल नतीजे लाल गेंदां की गिनती, क्योंकि पहला भाग लाल गेंदां की, सो लाल गेंदां कितनियां बच्चों, 3 हैगियां ने। सो लाल गेंदां की गिनती 3, सो लाल गेंदे कड्ढे जाने की संभावना की होगी 3/10, 3/10 आ गया जवाब। कितना सौखा, उचित भिन्न हैगी ना, देखो अभी एक तो घट हैगी है, ठीक है। अगे चलिए, हुण आ गया दूजा भाग, इदां ही पूरा लिख के कुल संभव नतीजे कुल गेंदां बराबर 10, ते अनुकूल नतीजे कहते दूजा भाग है हरी गेंद,
सो हरी होवे, सो हरियां किन्नियां ने 7। सो अनुकूल नतीजे मतलब कि हरी गेंद कड्ढण दे हक विच किन्ने नतीजे हो सकदे ने 7 हो गए ने, 7 गेंदां ना। सो हरी गेंदां दी गिनती 7 हो गई, सो हरी गेंद दे कड्ढे जाण दी संभावना होगी 7/10। कितना सौखा है। ठीक है जी, अगे चलिए। हुण अगे बच्चों बहु विकल्पी प्रश्न 4 हैगे ने। किसी असंभव घटना की संभावना है 0। यह याद रखना, मैं तुहानूं पहले दस चुका। किसी भी असंभव घटना की संभावना है 0। ते सवाल है नहीं वैसे। ते किसी लाजमी घटना का दी संभावना की होंदी 1। ठीक है, याद रखना। सो गर्ल शब्द के अखरां विचों जी अखर चुने जाने की संभावना की है। गर्ल गर्ल शब्द किन्ने अखर ने बच्चों? 1 2 3 ते 4। एक जी, फिर आई, फिर आर, 4 अखर ने। ते कुल किन्ने हो गए बच्चों? कुल नतीजे किन्ने हो गए? जी आई आर एल 4। ते जी किन्ने हैगे ने? एक ही जी हैगा, सो 1/4। ठीक है, सो जी 1 हैगा, अनुकूल नतीजा 1, ते कुल नतीजे 1 2 3 4, सो 1/4 आंसर है। जवानी इदां ही आ जाएगा बच्चों। आखिरी दो सवाल। एक पासे नूं सुੱਟਣ ते संख्या 4 प्राप्त करने की संभावना। एक पासे ਦੇ ਵਿੱਚੋਂ किन्ने पासे ਹੁੰਦੇ ਨੇ? 6 ਹੁੰਦੇ ਨੇ। ਜਿਹੜਾ ਡੱਬਾ ਹੁੰਦਾ ਹੈ ਉਹਦੇ 6 ਪਾਸੇ ਹੁੰਦੇ ਨੇ, ਉੱਪਰ ਥੱਲੇ ਸੱਜੇ ਖੱਬੇ ਅੱਗੇ ਪਿੱਛੇ 6। ਠੀਕ ਹੈ, ਤੇ ਇਹ ਹਰ ਇੱਕ ਤੇ ਬਿੰਦੂਆਂ ਕਿੰਨੇ ਤੱਕ? ਇੱਕ ਤੇ ਇੱਕ ਬਿੰਦੂ ਹੁੰਦੀ ਹੈ, ਦੂਜੇ ਦੇ 2, ਤੀਜੇ ਦੇ 3, ਚੌਥੇ ਦੇ 4, ਪੰਜਵੇਂ ਦੇ 5 ਤੇ ਛੇਵੇਂ ਦੇ 6। ਠੀਕ ਹੈ, ਸੋ ਅੰਕ 4 ਕਿੰਨੇ ਨਤੀਜੇ ਹੈਗੇ ਨੇ ਉੱਥੇ? ਅੰਕ 4 ਇੱਕੋ ਪਾਸੇ ਤੇ ਹੁੰਦਾ ਨਾ। ਕੁੱਲ ਪਾਸੇ 6 ਨੇ ਤੇ 4 ਇੱਕ ਪਾਸੇ ਦੇ ਹੈਗਾ, ਸੋ 1/6। ਇਹ ਆ ਗਿਆ 1/6 ਆਨਸਰ ਆ ਗਿਆ। ਫਿਰ ਕਹਿੰਦੇ ਕਿ ਥੈਲੇ ਵਿੱਚ 5 ਚਿੱਟੀਆਂ ਗੇਂਦਾਂ ਅਤੇ 10 ਕਾਲੀਆਂ ਗੇਂਦਾਂ ਹਨ। ਥੈਲੇ ਵਿੱਚ ਚਿੱਟੀ ਗੇਂਦ ਕੱਢਣ ਦੀ ਸੰਭਾਵਨਾ ਕੀ ਹੈ? ਕੁੱਲ ਗੇਂਦਾਂ ਕਿੰਨੀਆਂ? 5 + 10 15। ਠੀਕ ਹੈ ਬੱਚਿਓ, 15। ਇਹ ਹੈਗੇ ਨੇ ਕੁੱਲ ਨਤੀਜੇ। ਤੇ ਚਿੱਟੀ ਗੇਂਦ ਕੱਢਣੀ ਹੈ, ਸੋ ਚਿੱਟੀ ਗੇਂਦਾਂ ਦੇ ਹੱਕ ਵਿੱਚ ਭੁਗਤਣ ਵਾਲੇ ਕਿੰਨੇ ਨਤੀਜੇ ਨੇ? ਅਨੁਕੂਲ ਨਤੀਜੇ ਕਿੰਨੇ? 5। ਸੋ ਆਏਗਾ 5/15, ਸੋ 5/15। ਇਹ ਵੀ ਦੇਖੋ, ਇਹ ਕਿਹੜੀ ਪਿੰਨ ਹੈਗੀ ਹੈ? ਉਚਿਤ ਪਿੰਨ ਹੈਗੀ ਹੈ। ਹੁਣ ਬੱਚਿਓ, ਇਹ 5/15 ਲਿਖਿਆ ਨਾ, ਤੇ ਇਹਨੂੰ ਅਸੀਂ ਸਰਲ ਵੀ ਕਰ ਸਕਦੇ ਹਾਂ। ਕਿੱਦਾਂ? ਮੈਂ ਲਿਖ ਸਕਦਾ 5 ਏਕਮ 5, 5 ਤੀਆ 15, ਅਰਥਾਤ 5/15 ਦੀ ਥਾਂ ਜੇ 1/3 ਲਿਖਿਆ ਹੁੰਦਾ ਤੇ ਤੁਸੀਂ ਘਬਰਾਣਾ ਨਹੀਂ ਸੀ ਵੀ ਇੱਥੇ ਤੇ 15 ਤੇ ਹੈ ਹੀ ਨਹੀਂ, 5 ਤੇ ਹੈ ਹੀ ਨਹੀਂ, ਕਿਉਂਕਿ ਇਹਨਾਂ ਨੇ ਤੁਹਾਡੇ ਲਈ ਸੌਖਾ ਕੀਤਾ ਹੈ। ਕਿਉਂਕਿ 5 + 10 15 ਉਹ ਥੱਲੇ ਆਏਗਾ, ਤੇ 5 ਚਿੱਟੀਆਂ ਗੇਂਦਾਂ, ਕਿਉਂਕਿ ਚਿੱਟੀ ਗੇਂਦ ਦੇ ਕੱਢਣ ਦੀ ਸੰਭਾਵਨਾ ਲੱਭਣੀ ਹੈ, ਸੋ 5/15। ਪਰ ਇਹਨੂੰ ਬੱਚਿਓ ਸਰਲ ਕਰਕੇ ਵੀ ਲਿਖਿਆ ਜਾ ਸਕਦਾ ਹੈ। ਇਹ 5 ਏਕਮ 5 ਤੇ 5 ਤੀਏ 15, 1/3। ਇਹ 5/10 ਹੋ ਸਕਦਾ ਹੈ 1/2, ਤੇ 10/15 ਹੋ ਸਕਦਾ 2/3। ਠੀਕ ਹੈ, ਸੋ ਇੱਕ ਤੇ ਇੱਕ ਹੈਗਾ ਹੀ ਹੈ। ਇੱਕ ਤੇ ਸੰਭਾਵਨਾ ਪੋਸੀਬਲ ਹੀ ਨਹੀਂ ਹੈਗੀ, ਕਿਉਂਕਿ ਚਿੱਟੀਆਂ, ਹਾਂ ਜੇ ਚਿੱਟੀਆਂ ਗੇਂਦਾਂ ਸਾਰੀਆਂ ਗੇਂਦਾਂ ਚਿੱਟੀਆਂ ਹੁੰਦੀਆਂ 15 ਦੀਆਂ 15, ਫਿਰ ਹੋਣਾ ਸੀ 15/15 = 1। ਜੇ ਸਾਰੀਆਂ ਗੇਂਦਾਂ ਕਾਲੀਆਂ ਹੁੰਦੀਆਂ ਫਿਰ ਚਿੱਟੀ ਦੀ ਸੰਭਾਵਨਾ ਹੋਣੀ ਸੀ 0, ਕਿਉਂਕਿ ਸਾਰੀਆਂ ਕਾਲੀਆਂ, ਚਿੱਟੀ ਤੇ ਹੈ ਹੀ ਨਹੀਂ ਕੋਈ, ਸੋ ਫਿਰ ਹੋਣਾ ਸੀ 0/15 = 0। ਸੋ ਮੈਂ ਨਾਲ ਤੁਹਾਨੂੰ ਹੋਰ ਸੰਭਾਵਨਾਵਾਂ ਦੱਸ ਦਿੱਤੀਆਂ ਤਾਂ ਕਿ ਸਵਾਲ ਇਦਾਂ ਕਰਕੇ ਆ ਜਾਵੇ ਤੇ ਫਿਰ ਉਹਦਾ ਜਵਾਬ ਕੀ ਹੋਣਾ ਸੀ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੀ ਪਾਠ ਨੰਬਰ 3 ਦਾ ਆਖਰੀ ਅਭਿਆਸ 3.4 ਸਵਾਲ ਛੋਟੇ ਸੀ। ਸੋ ਸਾਰੇ ਮੈਂ ਸਵਾਲ ਸੀ ਜਿਹੜੇ ਇੱਕੋ ਵੀਡੀਓ ਦੇ ਵਿੱਚ ਹੀ ਖਤਮ ਕਰ ਦਿੱਤੇ ਨੇ, ਤੇ ਇਹਦੇ ਨਾਲ ਤੁਹਾਡਾ ਇਹ ਵਾਲਾ ਪਾਠ ਇੱਥੇ ਹੀ ਸਮਾਪਤ ਹੁੰਦਾ ਹੈ। ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।